ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਣੇ ਹੋਏ ਹੋ ਪੀਬੀਸੀ ਦੇ ਨਾਲ। ਮੈਂ ਮਨਦੀਪ ਸਿੰਘ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਦੀਆਂ ਮੁੱਖ ਅਤੇ ਚੋਣਵੀਆਂ ਖਬਰਾਂ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ। ਤਾਂ ਕੱਲ ਭਾਰਤ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਆਖਰੀ ਬਜਟ ਹੈ, ਕਿਉਂਕਿ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਉਸ ਤੋਂ ਪਹਿਲਾਂ ਪੇਸ਼ ਹੋਇਆ ਇਹ ਆਖਰੀ ਬਜਟ ਹੈ। ਨਿਰਮਲਾ ਸੀਤਾਰਮਨ ਜੋ ਕਿ ਭਾਰਤ ਦੇ ਵਿੱਤ ਮੰਤਰੀ ਨੇ, ਉਹਨਾਂ ਨੇ ਸੰਸਦ ਦੇ ਉਤਲੇ ਸਦਨ ਲੋਕ ਸਭਾ ਦੇ ਵਿੱਚ ਖੜ ਕੇ ਇਸ ਬਜਟ ਨੂੰ ਪੇਸ਼ ਕੀਤਾ। ਇਸ ਬਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਇਸ ਬਜਟ ਦੇ ਵਿੱਚ ਕੀ ਕੁਝ ਖਾਸ ਰਿਹਾ ਅਤੇ ਇਸ ਬਜਟ ਦੇ ਉੱਤੇ ਪ੍ਰਤੀਕਿਰਿਆ ਕਿਵੇਂ ਦੀ ਰਹੀ ਕਾਰਪੋਰੇਟ ਘਰਾਣਿਆਂ ਦੀ, ਵਪਾਰਕ ਅਦਾਰਿਆਂ ਦੀ, ਇਸ ਤੋਂ ਬਾਅਦ ਕਿਸਾਨ ਆਗੂਆਂ ਦੀ ਅਤੇ ਲੀਡਰਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਇਸ ਬਜਟ ਦੇ ਉੱਤੇ ਰਹੀ ਹੈ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਬਜਟ ਦੇ ਵਿੱਚ 2,40 ਕਰੋੜ ਰੁਪਏ ਰੱਖੇ ਗਏ ਨੇ ਰੇਲਵੇ ਦੇ ਲਈ, ਰੇਲ ਮੰਤਰਾਲੇ ਦੇ ਲਈ। ਤੇ ਉਸ ਤੋਂ ਬਾਅਦ ਭਾਰਤ ਦੀ ਰੱਖਿਆ ਦੇ ਉੱਤੇ, ਫੌਜ ਦੇ ਉੱਤੇ ਖਰਚਿਆ ਗਿਆ 5,94,000 ਕਰੋੜ ਰੁਪਇਆ ਰੱਖਿਆ ਗਿਆ ਰੱਖਿਆ ਦੇ ਲਈ। ਭਾਰਤੀ ਫੌਜ ਦੇ ਲਈ ਇੰਨੀ ਰਕਮ ਹੈ ਜਿਹੜੀ ਉਹ ਰੱਖੀ ਗਈ ਹੈ। ਉਸ ਤੋਂ ਬਾਅਦ ਸਿਹਤ ਦੇ ਲਈ 99,155 ਕਰੋੜ ਰੁਪਏ ਸਿਹਤ ਸਹੂਲਤਾਂ ਦੇ ਲਈ ਕੇਂਦਰ ਸਰਕਾਰ ਨੇ ਰੱਖੇ ਨੇ। ਖੇਤੀ ਸੈਕਟਰ ਦੇ ਵਿੱਚ ਕਰਜ਼ਿਆਂ ਨੂੰ ਵਧਾਉਣ ਦੇ ਲਈ, ਕਰਜ਼ਿਆਂ ਦੇ ਲਈ 20,000 ਕਰੋੜ ਰੁਪਏ ਰੱਖੇ ਗਏ ਨੇ। ਇਸ ਦੇ ਨਾਲ 47 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਭੱਤਾ ਵੀ ਦਿੱਤਾ ਜਾਊਗਾ, ਸਕਿੱਲ ਭੱਤਾ ਦਿੱਤਾ ਜਾਊਗਾ, ਜਿਸ ਦੇ ਵਿੱਚ ਕਿ ਉਹ ਕੁਝ ਸਕਿੱਲਸ ਨੇ ਜਿਹੜੀਆਂ ਉਹ ਸਿੱਖ ਸਕਦੇ ਨੇ। ਜੇਕਰ ਕੋਈ ਸਕਿੱਲ ਡਿਵੈਲਪਮੈਂਟ ਦੇ ਕੋਰਸ ਕਰਨੇ ਚਾਹੁੰਦਾ ਤਾਂ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ 47 ਲੱਖ ਨੌਜਵਾਨਾਂ ਤੋਂ ਅਜਿਹੇ ਕੋਰਸ ਵੀ ਕਰਾਏਗੀ, ਸਿਖਾਏਗੀ, ਕਿਉਂਕਿ 27 ਲੱਖ ਨੌਜਵਾਨਾਂ ਦਾ ਟੀਚਾ ਰੱਖਿਆ ਗਿਆ ਜਿਨ੍ਹਾਂ ਨੂੰ ਰੁਜ਼ਗਾਰ ਭੱਤਾ ਦਿੱਤਾ ਜਾਣਾ ਹੈ। ਤੇ 157 ਨਰਸਿੰਗ ਕਾਲਜ ਅਤੇ 140 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਅਤੇ 3 ਸਾਲਾਂ ਦੇ ਵਿੱਚ 38,000 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਣੀ ਹੈ ਕੇਂਦਰ ਸਰਕਾਰ ਦੇ ਵੱਲੋਂ। ਇਸ ਦੇ ਨਾਲ ਟੈਕਸ ਦਰਾਂ ਦੇ ਉੱਤੇ ਇੱਕ ਵੱਡੀ ਗੱਲ ਕੇਂਦਰ ਸਰਕਾਰ ਨੇ ਆਖੀ ਹੈ ਕਿ 7 ਲੱਖ ਰੁਪਏ ਤੱਕ ਕਿਸੇ ਵੀ ਆਮਦਨ ਦੇ ਉੱਤੇ ਲੋਕਾਂ ਨੂੰ ਹੁਣ ਟੈਕਸ ਨਹੀਂ ਦੇਣਾ ਪਵੇਗਾ, ਜਿਸ ਦੇ ਨਾਲ ਲੋਕਾਂ ਦੀ ਜੇਬ ਦੇ ਵਿੱਚ ਪੈਸੇ ਦੀ ਬਚਤ ਹੋਵੇਗੀ। ਤਾਂ ਇਹ ਜੋ ਕੱਲ ਬਜਟ ਪੇਸ਼ ਕੀਤਾ ਗਿਆ ਉਸ ਦੀਆਂ ਮੁੱਖ ਗੱਲਾਂ। ਇਸ ਦੇ ਨਾਲ ਕਿੱਥੇ ਸਰਕਾਰ ਖਰਚੇਗੀ, ਕਿੱਥੋਂ ਆਮਦਨ ਆਵੇਗੀ ਸਰਕਾਰ ਨੂੰ, ਇਹਨਾਂ ਗੱਲਾਂ ਦੇ ਉੱਤੇ ਵੀ ਇੱਕ ਨਜ਼ਰ ਮਾਰ ਲੈਂਦੇ ਹਾਂ। ਤਾਂ ਬਜਟ ਦੇ ਵਿੱਚੋਂ ਸਰਕਾਰ ਨੂੰ ਕਿੱਥੋਂ ਪੈਸਾ ਆਉਣਾ ਹੈ, ਕਿੱਥੇ ਪੈਸਾ ਜਾਣਾ ਹੈ, ਇਸ ਗੱਲ ਦੇ ਉੱਤੇ ਵੀ ਇੱਕ ਨਜ਼ਰ ਮਾਰਦੇ ਹਾਂ ਕਿ ਆਮਦਨ ਟੈਕਸ ਤੋਂ ਸਰਕਾਰ ਨੂੰ 15% ਜੋ ਬਜਟ ਦੀ ਇਨਕਮ ਹੈ, ਆਮਦਨ ਹੈ, ਉਹ ਹੋਵੇਗੀ। ਆਮਦਨ ਟੈਕਸ ਤੋਂ 15% ਇਨਕਮ ਹੋਵੇਗੀ, ਆਮਦਨ ਹੋਵੇਗੀ ਸਰਕਾਰ ਨੂੰ। ਇਸ ਦੇ ਨਾਲ ਐਕਸਾਈਜ਼ ਡਿਊਟੀ ਤੋਂ ਸਰਕਾਰ ਨੂੰ 7% ਆਮਦਨ ਹੋਣੀ ਹੈ। GST ਤੋਂ ਕੇਂਦਰ ਸਰਕਾਰ ਨੂੰ 17% ਆਮਦਨ ਹੋਣੀ ਹੈ ਪੂਰੇ ਦੇਸ਼ ਦੇ ਵਿੱਚੋਂ। ਇਸ ਦੇ ਨਾਲ ਕਰਜ਼ ਦੇਣੇ ਨੇ ਸਰਕਾਰ ਨੇ, ਉਸਦੇ ਵਿਆਜ ਦੇ ਉੱਤੇ ਤੇ ਕਰਜ਼ ਦੀ ਵਾਪਸੀ ਦੇ ਉੱਤੇ ਸਰਕਾਰ ਨੂੰ 34% ਆਮਦਨ ਹੋਣੀ ਹੈ। ਵਪਾਰਕ ਟੈਕਸ ਦੇ ਵਿੱਚੋਂ ਸਰਕਾਰ ਨੂੰ 35% ਆਮਦਨ ਹੋਣੀ ਹੈ। ਜਿਹੜਾ ਵਪਾਰਕ ਘਰਾਣਿਆਂ ਤੋਂ, ਵਪਾਰਕ ਅਦਾਰਿਆਂ ਤੋਂ ਟੈਕਸ ਲਿਆ ਜਾਣਾ, ਉਸਦੇ ਤੋਂ ਸਰਕਾਰ ਨੂੰ ਕੁੱਲ ਆਮਦਨ ਦੇ ਵਿੱਚੋਂ 15% ਆਮਦਨ ਵਪਾਰਕ ਟੈਕਸ ਦੇ ਵਿੱਚੋਂ ਹੋਣੀ ਹੈ। ਕਸਟਮ ਡਿਊਟੀਆਂ ਤੋਂ ਸਰਕਾਰ ਨੂੰ 4% ਆਮਦਨ ਹੋਣੀ ਹੈ। ਉਸਦੇ ਨਾਲ ਗੈਰ ਟੈਕਸ ਰਸੀਦਾਂ ਤੋਂ ਸਰਕਾਰ ਨੂੰ 6% ਆਮਦਨ ਹੋਣੀ ਹੈ। ਉਸਦੇ ਨਾਲ ਗੈਰ ਭੈਟ ਰਸੀਦਾਂ ਤੋਂ, ਜੋ ਗੈਰ ਭੈਟ ਰਸੀਦਾਂ ਨੇ, ਉਹਨਾਂ ਤੋਂ ਸਰਕਾਰ ਨੂੰ 6% ਆਮਦਨ ਹੋਵੇਗੀ। ਇਸ ਦੇ ਨਾਲ ਹੁਣ ਖਰਚ ਦੇ ਵੀ ਇੱਕ ਜਾਇਜ਼ਾ ਲੈ ਲੈਂਦੇ ਹਾਂ ਕਿ ਖਰਚ ਸਰਕਾਰ ਨੇ ਕਿੱਥੇ ਕਿੰਨੇ ਫੀਸਦੀ ਖਰਚ ਕਰਨਾ ਹੈ। ਸਰਕਾਰ ਦੇਸ਼ ਦੇ ਵਿੱਚ ਪੈਨਸ਼ਨਾਂ ਵੰਡਣ ਦੇ ਉੱਤੇ 4% ਖਰਚ ਕਰੇਗੀ। ਉਸ ਦੇ ਨਾਲ ਸਬਸਿਡੀਆਂ ਦੇ ਉੱਤੇ, ਜਿਹੜੀਆਂ ਸਬਸਿਡੀਆਂ ਵੱਖ-ਵੱਖ ਵਿਭਾਗਾਂ ਦੇ ਵਿੱਚ, ਵੱਖ-ਵੱਖ ਸਕੀਮਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਉਸ ਦੇ ਵਿੱਚ ਸਰਕਾਰ 7% ਖਰਚ ਕਰੇਗੀ। ਇਸ ਦੇ ਨਾਲ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ, ਜੋ ਕੇਂਦਰ ਸਰਕਾਰ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਦੇਸ਼ ਭਰ ਦੇ ਵਿੱਚ, ਉਹਨਾਂ ਦੇ ਉੱਤੇ 17% ਖਰਚ ਹੋਣ ਵਾਲਾ ਆ। ਕੁੱਲ ਬਜਟ ਦੇ ਵਿੱਚੋਂ, ਕੁੱਲ ਖਰਚੇ ਦੇ ਵਿੱਚੋਂ 17% ਜੋ ਖਰਚ ਉਹ ਕੇਂਦਰ ਦੀਆਂ ਸਕੀਮਾਂ ਦੇ ਉੱਤੇ ਹੋਵੇਗਾ, ਜਿਹੜੀਆਂ ਕੇਂਦਰ ਸਕੀਮਾਂ ਪੂਰੇ ਦੇਸ਼ ਦੇ ਵਿੱਚ ਚਲਾ ਰਹੀ ਹੈ। ਇਸ ਦੇ ਨਾਲ ਵਿੱਤੀ ਕਮਿਸ਼ਨ ਜਿਹੜਾ ਸਰਕਾਰ ਨੇ ਅਦਾ ਕਰਨਾ ਆ, ਉਸ ਦੇ ਉੱਤੇ ਸਰਕਾਰ ਨੂੰ ਜੋ ਹੈ 9% ਜਿਹੜਾ ਵਿੱਤੀ ਕਮਿਸ਼ਨ ਹੈ ਉਹ ਦੇਣਾ ਪੈਣਾ ਆ। ਕੇਂਦਰ ਸਰਕਾਰ ਜਿਨ੍ਹਾਂ ਸਕੀਮਾਂ ਦੇ ਵਿੱਚ ਸਹਿਯੋਗ ਕਰਦੀ ਹੈ, ਸਟੇਟ ਦੀਆਂ ਸਕੀਮਾਂ, ਰਾਜਾਂ ਦੀਆਂ ਸਕੀਮਾਂ ਹੁੰਦੀਆਂ ਜਿਹੜੀਆਂ, ਜਿਨ੍ਹਾਂ ਦੇ ਵਿੱਚ ਕੇਂਦਰ ਸਪਾਂਸਰਸ਼ਿਪ ਦੀ ਭੂਮਿਕਾ ਨਿਭਾਉਂਦੀ ਹੈ, ਉਹਨਾਂ ਸਕੀਮਾਂ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ 9% ਖਰਚ ਕੀਤਾ ਜਾਣਾ ਆ। ਇਸ ਦੇ ਨਾਲ ਜਿਹੜੇ ਸੂਬਿਆਂ ਨੂੰ ਟੈਕਸ ਦੇਣੇ ਨੇ, ਵਾਪਸੀ ਲੋਕਾਂ ਤੋਂ ਟੈਕਸ ਲੈ ਕੇ ਜਿਹੜੇ ਸੂਬਿਆਂ ਨੂੰ ਟੈਕਸ ਬਣਦੇ ਜੋ ਦੇਣੇ ਨੇ, ਉਹਨਾਂ ਦੇ ਉੱਤੇ 18% ਦਾ ਖਰਚਾ ਹੋਣਾ ਆ ਅਤੇ ਰੱਖਿਆ ਦੇ ਉੱਤੇ 8% ਦਾ ਖਰਚਾ ਹੋਣਾ ਹੈ। ਇਸ ਦੇ ਨਾਲ ਹੋਰ ਜਿਹੜੇ ਖਰਚੇ ਨੇ, ਉਹਨਾਂ ਦੇ ਉੱਤੇ ਜਿਹੜੇ ਕੁੱਲ ਇਹਨਾਂ ਤੋਂ ਇਲਾਵਾ ਜਿਹੜੇ ਖਰਚੇ ਰਹਿ ਜਾਂਦੇ ਨੇ, ਉਹਨਾਂ ਸਾਰਿਆਂ ਖਰਚਿਆਂ ਦੇ ਉੱਤੇ 8% ਖਰਚਾ ਹੋਰ ਹੋਵੇਗਾ।
ਤਾਂ ਇਸ ਦੇ ਨਾਲ ਹੁਣ ਬਜਟ ਦੇ ਉੱਤੇ ਲੋਕਾਂ ਦੀ ਪ੍ਰਤੀਕਿਰਿਆ ਜਾਣ ਲੈਂਦੇ ਆ ਕਿ ਭਾਰਤੀ ਕਿਸਾਨ ਯੂਨੀਅਨਾਂ ਨੇ ਕੀ ਆਖਿਆ, ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕੀ ਆਖਿਆ। ਇਸ ਦੇ ਨਾਲ ਬੀਜੇਪੀ ਲੀਡਰਾਂ ਨੇ ਇਸ ਬਜਟ ਨੂੰ ਕਿਹਾ ਹੈ ਕਿ ਇਹ ਬਹੁਤ ਸੋਹਣਾ ਬਜਟ ਹੈ, ਚੰਗਾ ਬਜਟ ਹੈ, ਲੋਕਾਂ ਦੇ ਹਿੱਤ ਦੇ ਵਿੱਚ ਹੈ। ਉੱਥੇ ਹੀ ਵਿਰੋਧੀ ਧਿਰਾਂ ਬਜਟ ਨੂੰ ਲੋਕ ਵਿਰੋਧੀ, ਆਮ ਕਿਸਾਨ ਵਿਰੋਧੀ ਗਰਦਾਨਦੀਆਂ ਰਹੀਆਂ ਨੇ ਤੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਬਜਟ ਦੱਸਿਆ ਜਾ ਰਿਹਾ ਹੈ। ਇਸ ਮੌਕੇ ਵੱਖਰੇ ਸਿਆਸੀ ਲੀਡਰਾਂ ਦੇ ਨਾਲ ਕਿਸਾਨ ਆਗੂਆਂ ਨੇ ਕੀ ਆਖਿਆ ਅਤੇ ਜਲੰਧਰ ਦੀ ਸਪੋਰਟਸ ਇੰਡਸਟਰੀ, ਜਿਸ ਨੂੰ ਕਿ ਭਾਰਤ ਦੀ ਖੇਡ ਇੰਡਸਟਰੀ ਦਾ ਹੱਬ ਮੰਨੀ ਜਾਂਦੀ ਹੈ, ਜੋ ਜਲੰਧਰ ਦੀ ਖੇਡ ਇੰਡਸਟਰੀ ਹੈ, ਉਸ ਦਾ ਕੀ ਕਹਿਣਾ ਆ। ਇਹਨਾਂ ਸਾਰਿਆਂ ਵੱਖਰਿਆਂ किसान आगुआं दियां, सियासी लीडरां दियां अते आम लोकां दी प्रतिक्रिया तुहाडे नाल सांझी करदे हां। मुझे लगता है कि भगवंत मान को इस बात की नॉलेज ही नहीं है। भगवंत मान जी को मैं सुन रहा था, वो कह रहे थे कि 1000 करोड़ रुपया हमने मांगा कि हमने बीएसएफ को मॉडर्नाइज करना है। बाहर से जो ड्रोन आ रहे हैं उसकी एंटी ड्रोन टेक्नोलॉजी लेके आनी है। भैया पंजाब के अफसरों को चाहिए कि भगवंत मान को समझाते कि बीएसएफ पंजाब के अंडर नहीं है, वो पंजाब की पुलिस नहीं है, वो केंद्र के अंडर है, केंद्र का काम है। तो आपने उसके लिए बजट क्या करना मेरे भाई? और आप कहते हो कि कुछ नहीं किया। 7 लाख रुपए तक आमदन करने वाले लोगों को कोई टैक्स नहीं है, ये टैक्स से राहत है, ये राहत नहीं है। और 80 करोड़ लोगों को मुफ्त में खाना 1 साल के लिए प्रधानमंत्री ने कहा, और राशन 1 साल देंगे। और दूसरी बात मैं कहूं, बुजुर्ग जो हमारे हैं उनके लिए अलग से योजनाएं हैं। 30 लाख तक वो अपने बैंक में जाके सीधा जमा करवा दें, कोई नहीं पूछेगा उन्हें। और 8.5% ब्याज घर बैठे उन्हें मिलेगा। ये खराब योजना है क्या? बहनों के लिए भी 1% ज्यादा इंटरेस्ट मिलेगा, ये योजना कम है क्या? प्रधानमंत्री आवास योजना के लिए 9000 करोड़ रुपया रखा गया है, ये खराब योजनाएं हैं। गरीब कारखानेदार अपने कारखाने नहीं लगाए, 9000 करोड़ रुपया उसके लिए भी रखा गया है। भगवंत मान को ये क्या नजर नहीं आता? मुझे लगता है कि जितनी भी योजनाएं हैं, चाहे आवास योजना है और एग्रीकल्चर के लिए बहुत सारा बजट रख लिया गया है ताकि किसानों की हालात को सुधारा जाए। ये क्या पंजाब के किसान उसमें नहीं शामिल होंगे? ये पंजाब के किसानों का बजट है, गरीबों का बजट है, कारखानेदारों का बजट है। ये जानदार बजट है, ये शानदार बजट है। भाजी अज दा जिहड़ा ये बजट है किवें देखदे हो सारी कारगुजारी नूं? बड़ा निराशाजनक जिहड़ा बजट है, क्योंकि बड़ियां आसां ते उम्मीदां सी। बीजेपी सरकार दा, केंद्र सरकार दा अखीरला बजट है, 10वां बजट जिहनूं कहा। और मोदी साहब ने तो यह भी गल कही सी कि 2022 दे विच मैं किसानां दी आमदन दुगनी कर दूंगा। सो सानूं आसां यही सी कि जांदी वारी कि कोई ना कोई खास पैकेज जिहड़ा है सानूं देणगे तां जो साडा खेती दा जिहड़ा किता है वो प्रचलित होऊगा, प्रफुल्लित होऊगा। पर हथ की पिया निराशा और खाली जिहड़ा ठूठा है वो किसानां दे हत्थ फड़ा दिता है। सो सानूं आस सी कि जिहड़ी पूर्ण कर्जा मुआफ़ी जिहड़ी कीती जावे, उहदे वास्ते एक विशेष पैकेज जिहड़ा है रखिया जावे। फसली बीमा योजना जिहड़ी है बिना प्रीमियम तो वो जे किसानां दी कर दिंदे है तो जो फसलों ते मार पैंदी है ਉਹਦਾ ਜਿਹੜਾ ਭਰਪਾਈ है वो बीमे वाले कर देण ते जिहड़ा भारत सरकार ते बोझ नहीं पैंदा। सो किसान फिर मुड़ के जिहड़ा लिमिटा नहीं चकूगा ते कर्जे दी मार हेठ नहीं आऊगा। सो कहण तो भाव इहो जिहा कोई भी उन्होंने जिहड़ा आ उपराला नहीं कीता, कोई विशेष पैकेज साडे वास्ते लैके ही नहीं आए। सो वड्डी गल इह है कि जिहड़ी खेती मशीनरी है और उत्ते टैक्स वध तो वध हो गए आ, उन्होंने घटाया नहीं गया। टायरां ते जिहड़ा किसानी दे रेट घटाया नहीं गया। सो डीजल दा भाव कित्थे चला गया। सो जे सारी असीं निगाह मारीए ते जिहड़ा किसानी दा किता है अज घाटेमंद साबित हो रहा है। सो अज बड़ी आस सीगी केंद्र सरकार तो कि उन्हां दा अखीरला जिहड़ा बजट है हो सकदा कि मोदी साहब दे कोल कोई इहो जी स्कीम होवे कि जिहड़ा उन्होंने जिहड़ा वादा कीता सीगा, क्योंकि उन्होंने तो सत्ता 'च आउण तो पहलां इह भी वादा कीता सीगा कि मैं स्वामीनाथन रिपोर्ट लैके आऊँगा
ਸੋ ਉਹਦੇ ਨਾਲ ਜਿਹੜੀ ਆਮਦਨ ਦੁੱਗਣੀ ਹੋਊਗੀ ਤਾਂ ਕਿਤੇ ਨਾ ਕਿਤੇ ਸਾਨੂੰ ਅੱਜ ਨਿਰਾਸ਼ਾ ਜਿਹੜੀ ਹੱਥ ਪਈ ਹੈ। मैं सरवण सिंह पंदेर किसान मजदूर संघर्ष कमेटी से, जो आज संसद में मोदी सरकार ने बजट पेश किया है, उससे तो लगता है भी जो हमने दिल्ली में आंदोलन किया था उसी का बदला किसान मजदूर से लिया जा रहा है। किसान खेती सेक्टर को पूरी तरह इग्नोर कर दिया गया है। जो सबसे बड़ी बात से भी सभी फसलों की खरीद की गारंटी डॉक्टर स्वामीनाथन कमीशन के फार्मूले अनुसार C2 फार्मूले के साथ फसलों के भाव देने की बात बिल्कुल भी बजट में बिल्कुल की नहीं गई है। दूसरा, किसान और खेतिहर मजदूर का कर्जा माफ करने, क्योंकि कर्ज के कारण किसान खुदकुशी कर रहा, उसको भी बिल्कुल ध्यान नहीं दिया गया। जिस तरह से हमारे लागत खर्चे से, चाहे उर्वरक हैं, चाहे दवाइयाँ हैं, इसके साथ डीजल है, खेती मशीनरी है, खेती के लिए बीज है, उसके ऊपर भी सब्सिडी बढ़ाई नहीं गई है। इसी के साथ साथ जो गांव में खेती आधारित संते लगाने की बात थी, उसके ऊपर भी कोई बात नहीं की गई। सहकारिता लहर को बढ़ावा देना था, उसके ऊपर भी कोई बात नहीं की गई। और जो बागबानी खेतर है उसको भी इग्नोर किया गया, थोड़ा सा बजट रखा गया। और ये देखिए, बेरोजगारी की कोई बात नहीं है, महंगाई के ऊपर कोई बात नहीं की गई है, और बिल्कुल इसको खेती सेक्टर को इग्नोर कर दिया गया। इलेक्शन को देखते हुए जो सरकारी मुलाजम है, दुकानदार है, जो 3 लाख से ऊपर 9 लाख की स्लैब में आते हैं, उनको टैक्स में कुछ छूटें देके वोटें लेने का काम किया गया। और हम किसानों को अनुरोध करेंगे कि हमको हिंदू मुस्लिम छोड़ना पड़ेगा, किसान बनकर आंदोलन में कूदना पड़ेगा, नहीं तो खेती सेक्टर को कारपोरेट घराने खा जाएंगे। पहले भी कारपोरेट घरानों के लिए उनका कर्जा राइट ऑफ किया गया, अब भी करेंगे। तो ये कारपोरेट घरानों की सरकार है, ना कि किसान मजदूर की सरकार है। हम इस बजट को रद्द करते हैं और किसानों को आंदोलन का न्योता देते हैं। पेश हो चुका है स्पोर्ट्स इंडस्ट्री जलंधर की गल करिए, एक बड़ा नाम रखती है, पूरे भारत में रखती है, तो जी स्पोर्ट्स इंडस्ट्री की उम्मीदां से लगता कि इस बजट ਨਾਲ कुछ पूरी हुई हैं। देखो, इंडस्ट्री वास्ते तो कुछ नहीं है बजट दे विच, और खास कर स्पोर्ट्स इंडस्ट्री की गल करिए तो टोटली इग्नोर की गई है। और इंडस्ट्री नूं तवज्जो देने की लोड़ भी सी, सरकार नूं इहनूं चाहीदा सी इहदे वल तवज्जो देनी, पर स्मॉल स्केल जिहड़ी इंडस्ट्री है वो बजट दे विच उस इंडस्ट्री वास्ते तो कुछ नहीं हैगा। ये जरूर है कि इनकम टैक्स जिहड़े स्लैब हैगे आ, उहदे जिहड़ियां राहत दित्ती गई है, उस तो इलावा स्मॉल स्केल इंडस्ट्री या मीडियम क्लास ਲਈ ਤਾਂ ਕੁਛ ਨਹੀਂ ਹੈਗਾ ਬਜਟ ਦੇ ਵਿੱਚ। ਇੰਡਸਟਰੀ ਦੀਆਂ ਲੋੜਾਂ ਸੀਗੀਆਂ ਜਾਂ ਮੰਗਾਂ ਸੀਗੀਆਂ ਜਾਂ ਜ਼ਰੂਰਤਾਂ ਸੀਗੀਆਂ ਕਿ GST ਦੀ ਜਿਹੜੀ ਦਰ ਹੈ ਘਟਾਈ ਜਾਵੇ ਇੱਥੇ, ਔਰ ਬਹੁਤ ਜ਼ਰੂਰੀ ਹੈ ਉਹਨੂੰ ਘਟਾਉਣਾ। ਔਰ ਦੂਸਰਾ, ਅਸੀਂ ਇੱਕ ਬਾਰਡਰ ਸਟੇਟ 'ਚ ਬੈਠੇ ਹਾਂ, ਸਾਡੇ ਕੋਲ ਕੋਈ ਰਾ ਮਟੀਰੀਅਲ ਨਹੀਂ ਹੈਗੇ, ਔਰ ਜਾਂ ਤਾਂ ਬਾਹਰਲੇ ਸੂਬਿਆਂ ਤੋਂ ਆਉਂਦੇ ਆ ਜਾਂ ਬਾਹਰਲੇ ਦੇਸ਼ਾਂ ਤੋਂ ਆਉਂਦੇ ਆ। ਸਾਡੀ ਮੰਗ ਸੀਗੀ ਕਿ ਜਿਹੜਾ ਰਾ ਮਟੀਰੀਅਲਸ ਹੈਗੇ ਆ ਬਾਹਰੋਂ ਇੰਪੋਰਟ ਹੁੰਦੇ ਆ, ਉਹ ਉੱਤੇ ਡਿਊਟੀ ਘਟਾਈ ਜਾਵੇ। ਔਰ ਜਿਹੜਾ ਤਿਆਰ ਮਾਲ ਆ ਰਿਹਾ ਚਾਈਨਾ ਤੋਂ, ਜਾਪਾਨ, ਤਾਈਵਾਨ ਤੋਂ, ਉਹਨਾਂ 'ਤੇ ਐਂਟੀ ਡੰਪਿੰਗ ਡਿਊਟੀ ਲਗਾਈ ਜਾਵੇ ਜੇ ਲੋਕਲ ਇੰਡਸਟਰੀ ਨੂੰ ਸਰਕਾਰ ਨੇ ਬਚਾਉਣਾ ਹੈਗਾ। ਅਤੇ ਸਰਕਾਰ ਨੇ ਕਿਸੇ ਵੀ ਪਾਸੇ ਧਿਆਨ ਨਹੀਂ ਦਿੱਤਾ। ਔਰ ਸਪੋਰਟਸ ਦੀ ਇੰਡਸਟਰੀ ਜਿਹੜੀ ਹੈ ਜਲੰਧਰ ਦੀ, ਇਹਦੀ ਬਹੁਤ ਸਾਲਾਂ ਤੋਂ ਇੱਕ ਲੌਂਗ ਪੈਂਡਿੰਗ ਡਿਮਾਂਡ ਹੈ R&D ਸੈਂਟਰ ਦੀ, ਕਿ ਇਹਨੂੰ R&D ਸੈਂਟਰ ਦਿਓ ਤਾਂ ਕਿ ਇੰਡਸਟਰੀ ਆਉਣ ਵਾਲੇ ਸਮੇਂ ਦਾ ਮੁਕਾਬਲਾ ਕਰ ਸਕੇ। ਬਜਟ ਤੋਂ ਬਾਅਦ ਪੰਜਾਬ ਦਾ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ ਖਬਰ ਸਮਰਾਲਾ ਤੋਂ ਹੈ, ਜਿੱਥੇ ਕਿ ਕੁਝ ਨੌਜਵਾਨ ਜਿਹੜੇ ਚੋਰੀ ਕਰਦੇ ਫੜੇ ਗਏ ਨੇ, ਜਿਸ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਵੱਧ ਰਹੀ ਤਾਦਾਦ ਨੌਜਵਾਨਾਂ ਨੂੰ ਚੋਰੀਆਂ ਕਰਨ ਲਾ ਰਹੀ ਹੈ। ਪੰਜਾਬ ਦੇ ਵਿੱਚ ਨਸ਼ਾ ਲੋਕਾਂ ਨੂੰ, ਨੌਜਵਾਨਾਂ ਨੂੰ ਚੋਰ ਬਣਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਇਹ ਸਮਰਾਲੇ ਤੋਂ ਆਈ ਖਬਰ ਕਰ ਰਹੀ ਹੈ, ਕਿਉਂਕਿ ਸਮਰਾਲੇ ਦੇ ਵਿੱਚ ਇੱਕ 5 ਮੈਂਬਰੀ ਚੋਰ ਗਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਆ, ਜੋ ਕਿ ਚੋਰੀਆਂ ਕਰਦਾ ਹੈ। ਅਤੇ ਚੋਰੀਆਂ ਇਸ ਕਰਕੇ ਕਰਦਾ ਹੈ ਕਿਉਂਕਿ ਉਹਨਾਂ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲੱਗ ਗਈ ਆ, ਅਤੇ ਨਸ਼ੇ ਦੀ ਪੂਰਤੀ ਦੇ ਲਈ ਇਹ ਨੌਜਵਾਨ ਚੋਰੀਆਂ ਕਰਦੇ ਨੇ। ਇਹਨਾਂ ਨੌਜਵਾਨਾਂ ਦੀ ਪਛਾਣ ਢਿਲਵਾਂ ਪਿੰਡ ਜਿਹੜਾ ਸਮਰਾਲੇ ਦੇ ਨੇੜੇ ਪੈਂਦਾ ਆ, ਉਸ ਪਿੰਡ ਦੇ ਵਿੱਚ ਚੋਰੀ ਕਰਨ ਗਏ। ਉੱਥੇ CCTV ਕੈਮਰਿਆਂ ਦੇ ਵਿੱਚ ਇਹਨਾਂ ਨੌਜਵਾਨਾਂ ਦੀਆਂ ਤਸਵੀਰਾਂ ਕੈਦ ਹੋਈਆਂ, ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਦੀ ਪਛਾਣ ਹੋ ਸਕੀ ਹੈ। ਜਦੋਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਨੌਜਵਾਨਾਂ ਦਾ ਕਹਿਣਾ ਸੀਗਾ ਕਿ ਇਹ ਨੌਜਵਾਨ ਨਸ਼ੇ ਦੇ ਆਦੀ ਨੇ ਅਤੇ ਨਸ਼ੇ ਦੀ ਪੂਰਤੀ ਦੇ ਲਈ ਰਾਤਾਂ ਨੂੰ ਚੋਰੀਆਂ ਕਰਦੇ ਨੇ। ਤਾਂ ਇਹ ਖਬਰ ਪੰਜਾਬ ਨੂੰ ਇੱਕ ਵਾਰ ਮੁੜ ਤੋਂ ਗੰਭੀਰ ਚਿੰਤਨ ਦੇ ਵੱਲ ਲਿਜਾਣ ਵਾਲੀ ਹੈ ਕਿ ਆਖਰ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਹੈ।
ਪੰਜਾਬ ਦੇ ਵਿੱਚ ਨਸ਼ੇ ਦਾ ਆਲਮ ਇਸ ਕਦਰ ਵੱਧ ਗਿਆ ਹੈ ਕਿ ਨੌਜਵਾਨ ਨਸ਼ੇ ਦੀ ਪੂਰਤੀ ਲਈ ਅਜਿਹੇ ਹੱਥਕੰਡੇ ਅਪਣਾ ਰਹੇ ਨੇ ਅਤੇ ਚੋਰ ਬਣਦੇ ਜਾ ਰਹੇ ਨੇ। ਤਾਂ ਆਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਮਰਾਲੇ ਦੀ ਇਸ ਖਬਰ ਦੇ ਨਾਲ ਰੂਬਰੂ ਕਰਵਾਉਂਦੇ ਹਾਂ। ਇਹ ਅੱਜ SHO ਸਮਰਾਲਾ ਭਿੰਦਰ ਸਿੰਘ ਹਰਾਂ ਨੇ ਚੋਰਾਂ ਦਾ ਇੱਕ ਗਰੋਹ ਫੜਿਆ, ਜਿਹੜੇ ਪਿੰਡਾਂ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਚੋਰੀਆਂ ਕਰਦੇ ਸੀ। ਥੋੜ੍ਹੇ ਦਿਨ ਪਹਿਲੋਂ ਢਿੱਲਵਾਂ ਪਿੰਡ ਦੇ ਵਿੱਚੋਂ ਜਿਹੜੇ ਸੜਕਾਂ 'ਤੇ ਕਾਰਨਰਾਂ 'ਤੇ ਮਿਰਰ ਲੱਗੇ ਹੁੰਦੇ ਆ, ਇਹਨਾਂ ਨੇ ਰਾਤ ਨੂੰ ਉਹ ਤੋੜ ਕੇ ਤੇ ਆਪਣੇ ਇੱਥੇ ਸਮਰਾਲੇ ਦੇ ਵਿੱਚ ਹੀ ਇੱਕ ਮੋਨੂ ਕੁਆੜੀਆ, ਉਹਨਾਂ ਦੀ ਕੁਆੜ ਦੀ ਦੁਕਾਨ 'ਤੇ ਲਿਆਂਦੇ। ਵੱਡੀ ਗੱਲ ਇਹ ਹੈ ਕਿ ਸ਼ੀਸ਼ੇ ਤੋੜਨ ਤੋਂ ਪਹਿਲੋਂ ਆਟੋ ਚੋਰੀ ਦਾ ਲਿਆ, ਚੋਰੀ ਕਰਕੇ ਆਟੋ ਲਿਆ ਕੇ ਉਹ ਮਾਰ ਕੇ ਵਿੱਚ ਤੋੜੇ ਤੇ ਕੁਆੜੀਏ ਨੂੰ ਆਟੋ ਸਮੇਤ ਹੀ ਸਾਰਾ ਸਮਾਨ ਵੇਚ ਗਏ। ਇਹ ਜਦੋਂ ਪਿੰਡ ਵਾਲਿਆਂ ਨੇ ਸਵੇਰੇ ਉੱਠਿਆ, ਉਹਨਾਂ ਨੇ ਕੰਪਲੇਂਟ ਕੀਤੀ ਤਾਂ SHO ਸਾਹਿਬ ਨੇ ਮਿਹਨਤ ਨਾਲ ਪਿੰਡ ਵਾਲਿਆਂ ਦੀ, ਸਰਪੰਚ ਤੇ ਬਾਕੀ ਪਿੰਡ ਵਾਲਿਆਂ ਦੀ ਮਦਦ ਨਾਲ ਇਹਨਾਂ ਨੇ ਜਿਹੜੇ CCTV ਦੀ ਫੁਟੇਜ ਲੈ ਕੇ ਇਹ ਦੋਸ਼ੀਆਂ ਨੂੰ ਜਿਹੜਾ ਟਰੇਸ ਕਰਨ ਵਿੱਚ ਜਿਹੜੀ ਸਫਲਤਾ ਹਾਸਲ ਕੀਤੀ ਹੈ। ਇਹ ਬੇਸਿਕਲੀ ਚੋਰ ਸਲੌਦੀ ਦੇ ਨੇ। ਤਾਂ ਜਿਹੜਾ ਇਹ ਆਟੋ ਆ ਚੰਡੀਗੜ੍ਹ ਦਾ ਆਟੋ, ਚੰਡੀਗੜ੍ਹੋਂ ਚੋਰੀ ਹੈ। ਇੱਥੋਂ ਆ ਕੇ ਇਹ ਪਾਈਪਾਂ ਚੋਰੀ ਕੀਤੀਆਂ, ਮਿਰਰ ਚੋਰੀ ਕੀਤੇ। ਤੇ ਜਦੋਂ SHO ਸਾਹਿਬ ਪਿੰਡ ਵਾਲਿਆਂ ਦੀ ਮਦਦ ਨਾਲ CCTV ਦੀ ਫੁਟੇਜ ਦੇ ਨਾਲ ਕਰਦੇ ਤੀਜੇ ਦਿਨ ਕੁਆੜੀਏ ਦੀ ਦੁਕਾਨ ਤੱਕ ਪਹੁੰਚੇ ਤੇ ਉਦੋਂ ਤੱਕ ਸ਼ੀਸ਼ੇ, ਪਾਈਪ ਤੇ ਜਿਹੜਾ ਆਟੋ ਆ ਉਹਦਾ ਨਾਂ ਨਿਸ਼ਾਨ ਮਿਟਾਇਆ ਜਾ ਚੁੱਕਾ ਸੀ। ਲੱਕੀਲੀ ਉਸ ਆਟੋ ਦੀ ਨੰਬਰ ਪਲੇਟ ਉੱਥੋਂ ਮਿਲ ਗਈ। ਨੰਬਰ ਪਲੇਟ ਤੋਂ ਫਿਰ SHO ਸਾਹਿਬ ਨੇ ਅੱਗੇ ਟਰੇਸ ਕਰਦੇ ਹਾਂ ਇਹਨਾਂ ਨੂੰ 5 ਨੂੰ ਗ੍ਰਿਫਤਾਰ ਕੀਤਾ। ਤਾਂ ਇਹਨਾਂ ਤੋਂ ਜਿਹੜੀ ਸਾਰਾ ਕੱਟਿਆ ਵੱਢਿਆ ਹੋਇਆ ਸਮਾਨ ਜਿਹੜਾ ਉਹਦੀ ਬਰਾਮਦਗੀ ਕੀਤੀ ਹੈ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੇ ਹੋਰ ਵੀ ਕਿੰਨੇ ਕੁ ਇੱਦਾਂ ਦੇ ਜਿਹੜੇ ਚੋਰੀ ਦੇ ਨੇ ਚੀਜ਼ਾਂ ਲੈ ਕੇ ਵੱਢ ਕੇ ਵੇਚੀਆਂ ਹੋਈਆਂ ਨੇ, ਉਹ ਤਫਤੀਸ਼ ਅਜੇ ਜਾਰੀ ਹੈ। ਤਾਂ ਮੈਂ ਉਮੀਦ ਕਰਦਾ ਕਿ ਅਸੀਂ 2-4 ਦਿਨ ਦੇ ਵਿੱਚ ਹੋਰ ਵੀ ਤੁਹਾਨੂੰ ਇਹਨਾਂ ਤੋਂ ਜਿਹੜੀਆਂ ਸਾਨੂੰ ਗੱਲਾਂ ਸਾਹਮਣੇ ਆਉਣਗੀਆਂ, ਜਾਂ ਜਿਹੜੇ ਕੁਆੜੀਏ ਇੱਦਾਂ ਦਾ ਕੰਮ ਕਰਦੇ ਆ ਉਹਨਾਂ 'ਤੇ ਵੀ ਜਿਹੜੀ ਨਕੇਲ ਕੱਸੀ ਜਾਊ। ਖੰਨਾ ਪੁਲਿਸ ਨੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। 3 ਮੈਂਬਰਾਂ ਦੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਹੈ। ਪਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਆਮ ਆਦਮੀ ਪਾਰਟੀ ਦਾ ਯੂਥ ਆਗੂ ਹੈ। ਆਮ ਆਦਮੀ ਪਾਰਟੀ ਲੁਧਿਆਣਾ ਤੋਂ ਇਹ ਨੌਜਵਾਨ ਯੂਥ ਆਗੂ ਹੈ, ਜਿਸ ਦਾ ਨਾਮ ਹੈ ਦੀਪਕ ਗੋਇਲ। ਇਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ, ਲੁਧਿਆਣਾ ਦੇ ਵਿੱਚ ਯੂਥ ਆਗੂ ਹੈ। ਇਸ ਨੂੰ ਹਥਿਆਰਾਂ ਦੇ ਜ਼ਖੀਰੇ ਦੇ ਨਾਲ ਖੰਨਾ ਦੀ CIA ਸਟਾਫ ਨੇ ਗ੍ਰਿਫਤਾਰ ਕੀਤਾ ਹੈ। 26 ਜਨਵਰੀ ਤੋਂ ਬਾਅਦ ਜਿਹੜੀ ਚੈਕਿੰਗਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਇੱਕ ਸਾਥੀ ਆਕਾਸ਼ਦੀਪ ਸਿੰਘ ਫੜਿਆ ਜਾਂਦਾ, ਜਿਸ ਦੇ ਕੋਲੋਂ ਇੱਕ 9mm ਦੀ ਪਿਸਟਲ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਹੁੰਦਾ, ਜਿਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੁੰਦਾ ਹੈ ਕਿ ਇਹ ਨੌਜਵਾਨ ਹਥਿਆਰ ਦੀ ਸਪਲਾਈ ਕਰਨ ਜਾ ਰਿਹਾ ਸੀ, ਹਥਿਆਰਾਂ ਨੂੰ ਸਪਲਾਈ ਕਰਨ ਜਾ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਜਾਂਚ ਦੇ ਵਿੱਚ, ਪੁੱਛ ਪੜਤਾਲ ਦੇ ਵਿੱਚ ਖੁਲਾਸਾ ਹੁੰਦਾ, ਜਿਸ ਤੋਂ ਬਾਅਦ ਪੁਲਿਸ ਇਹਨਾਂ 3 ਆਰੋਪੀਆਂ ਤੱਕ ਪਹੁੰਚਦੀ ਹੈ। ਅਤੇ ਜਦੋਂ ਪੁਲਿਸ ਦੀਪਕ ਗੋਇਲ ਦੇ ਕੋਲ ਪਹੁੰਚਦੀ ਹੈ, ਦੀਪਕ ਗੋਇਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸਦੇ ਕੋਲੋਂ ਕਈ ਤਰ੍ਹਾਂ ਦੇ ਜਿਹੜੇ ਹਥਿਆਰ ਨੇ ਉਹ ਬਰਾਮਦ ਕੀਤੇ ਜਾਂਦੇ ਨੇ। ਅਤੇ ਦੀਪਕ ਗੋਇਲ ਦੇ ਕੋਲੋਂ 4 ਦੇਸੀ ਕੱਟੇ ਨੇ ਜਿਹੜੇ 315 ਬੋਰ ਦੇ, ਉਹ ਬਰਾਮਦ ਕੀਤੇ ਗਏ ਨੇ। 19 ਜਿੰਦਾ ਕਾਰਤੂਸ 315 ਬੋਰ ਦੇ ਦੇਸੀ ਕੱਟੇ ਦੇ ਬਰਾਮਦ ਕੀਤੇ ਗਏ ਨੇ, ਜਿਸ ਦੇ ਨਾਲ ਦੀਪਕ ਗੋਇਲ ਦੇ ਕੋਲੋਂ ਇੱਕ ਦੇਸੀ ਪਿਸਟਲ 32 ਬੋਰ ਦਾ, ਉਹਦੇ 2 ਮੈਗਜ਼ੀਨ ਅਤੇ 2 ਜਿੰਦਾ ਰੌਂਦ ਬਰਾਮਦ ਕੀਤੇ ਗਏ ਨੇ। ਤਾਂ ਇਹ ਸਾਰਾ ਨਜਾਇਜ਼ ਅਸਲਾ ਦੀਪਕ ਗੋਇਲ ਦੇ ਕੋਲੋਂ ਬਰਾਮਦ ਕੀਤਾ ਗਿਆ ਆ, ਜਿਹੜਾ ਨੌਜਵਾਨ ਯੂਥ ਆਗੂ ਹੈ ਆਮ ਆਦਮੀ ਪਾਰਟੀ ਦਾ ਲੁਧਿਆਣੇ ਤੋਂ। ਤਾਂ ਇੱਕ ਬੜੀ ਸ਼ਰਮਨਾਕ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਖੰਨਾ ਤੋਂ। ਖੰਨਾ CA ਸਟਾਫ ਨੇ ਗ੍ਰਿਫਤਾਰ ਕੀਤਾ ਹੈ ਦੀਪਕ ਗੋਇਲ ਨੂੰ, ਆਕਾਸ਼ਦੀਪ ਨੂੰ ਅਤੇ ਉਹਨਾਂ ਦਾ ਇੱਕ ਹੋਰ ਸਾਥੀ ਪਰਮਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਆ। ਆਕਾਸ਼ਦੀਪ ਸਿੰਘ, ਪਰਮਿੰਦਰ ਸਿੰਘ ਅਤੇ ਦੀਪਕ ਗੋਇਲ, ਇਹ ਤਿੰਨੇ ਨੌਜਵਾਨ CA ਸਟਾਫ ਦੇ ਦੱਸਣ ਮੁਤਾਬਕ ਹਥਿਆਰ ਸਪਲਾਈ ਕਰਨ ਦਾ ਕੰਮ ਕਰਦੇ ਨੇ। ਪਰ ਵੱਡੀ ਗੱਲ ਕਿ ਦੀਪਕ ਗੋਇਲ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ। ਪੰਜਾਬ ਸਰਕਾਰ ਹੈ ਜਿਸ ਪਾਰਟੀ ਦੀ, ਉਸ ਪਾਰਟੀ ਦਾ ਯੂਥ ਆਗੂ ਹੈ ਦੀਪਕ ਗੋਇਲ। ਤਾਂ ਇਸ ਮੌਕੇ ਖੰਨਾ CIA ਸਟਾਫ ਨੇ ਕੀ ਆਖਿਆ ਇਹਨਾਂ 3 ਆਰੋਪੀਆਂ ਦੇ ਬਾਰੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਕੋਈ ਸੰਬੰਧ ਨਹੀਂ ਹੈ ਕਿ ਪਾਰਟੀ ਵਰਕਰ ਆ,
ਆਮ ਆਦਮੀ ਪਾਰਟੀ ਦਾ ਕਿਹੜਾ ਉਹਦੇ ਤੁਹਾਡੇ ਕੋਲ? ਹਾਂਜੀ ਕੋਈ ਉਹਦਾ ਨਹੀਂ ਹੈਗਾ। ਨਹੀਂ ਤਾਂ ਤੁਹਾਨੂੰ ਕਿਹਨੇ ਜੁਆਇਨ ਕਰਾਇਆ ਸੀ ਉੱਥੇ ਚੰਡੀਗੜ੍ਹ? ਆਪ ਹੀ ਕਰਕੇ ਆਏ ਸੀ ਅਸੀਂ। ਉਸ ਸਮੇਂ ਕੌਣ ਸੀ? ਕਿਹਨੇ ਕਰਵਾਇਆ, ਕਿਹਨੇ ਸੀ ਤੁਹਾਨੂੰ ਉੱਥੇ? ਦੋਸਤ ਸੀਗਾ ਨਾਲ ਮੇਰੇ। ਕੌਣ ਸੀ ਉਹ ਦੋਸਤ? ਕਿੰਨੇ ਚਿਰ ਤੁਸੀਂ ਆਪਾਂ ਕੰਮ ਕਰ ਰਹੇ? ਜੀ ਅੱਜ ਦੀ ਪ੍ਰੈਸ ਕਾਨਫਰੰਸ ਜੋ ਖੰਨਾ ਪੁਲਿਸ ਵੱਲੋਂ ਆਰਮਸ ਦੀ ਯੂਜ਼ ਰਿਕਵਰੀ ਕੀਤੀ ਗਈ ਹੈ ਉਹਦੇ ਰਿਗਾਰਡਿੰਗ ਜਾਣੂ ਕਰਾਉਣਾ ਹੈ, ਤੇ ਨਾਲ ਹੀ ਜੋ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਡਰੱਗਸ ਦੀ ਰਿਕਵਰੀ ਕੀਤੀ ਹੈ ਉਹਦੇ ਬਾਰੇ ਸਾਰਿਆਂ ਨੂੰ ਜਾਣੂ ਕਰਾਉਣਾ ਸੀ। ਜਿਹੜੇ ਆਰਮਸ ਦੀ ਰਿਕਵਰੀ ਹੈ ਉਹਦੇ ਵਿੱਚ ਸਾਨੂੰ ਟੋਟਲ 6 ਵੈਪਨਸ ਰਿਕਵਰ ਹੋਏ हैं, 19 ਰਾउंड रिकवर हुए हैं और 3 राउंड ਹੋਰ रिकवर हुए हैं जो 32 गोले हैं। ਉਹਦੇ ਵਿੱਚ 3 ਵਿਅਕਤੀ ਜੋ ਹੈ ਅਰੈਸਟ ਹੋਏ हैं, ਰਾਉਂਡ ਅਪ ਕੀਤੇ ਗਏ हैं और 26 ਤਾਰੀਖ ਨੂੰ ਮੁਕੱਦਮਾ ਦਰਜ ਹੋਇਆ ਸੀ, ਜਿਸ ਦੇ ਵਿੱਚ ਇੱਕ ਆਕਾਸ਼ ਨਾਮ ਦਾ ਵਿਅਕਤੀ ਜੋ ਸੀ ਉਹ ਰਾਉਂਡ ਅਪ ਹੋਇਆ ਸੀ। ਉਹਦੇ ਕੋਲੋਂ ਗਲੌਕ ਪਿਸਟਲ ਰਿਕਵਰ ਹੋਇਆ ਸੀਗਾ। ਉਹਦੀ ਪੁੱਛਗਿੱਛ ਦੌਰਾਨ ਪਰਮਿੰਦਰ ਸਿੰਘ ਐਲੀਅਸ ਪਿੰਦਰੀ ਨਾਮ ਦਾ ਵਿਅਕਤੀ ਉਹ ਵੀ ਰਾਉਂਡ ਅਪ ਹੋਇਆ ਹੈ, ਜੋ ਵੀ ਵੈਪਨ ਸਮਗਲਿੰਗ ਦੇ ਵਿੱਚ ਇਨਵੋਲਵ ਹੈ। ਉਹਨਾਂ ਦੀ ਜਦੋਂ ਜੁਆਇੰਟਲੀ ਇੰਟਰੋਗੇਸ਼ਨ ਉਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਸੀ, ਉਸ ਤੋਂ ਇੱਕ ਦੀਪਕ ਗੋਇਲ ਨਾਮ ਦਾ ਬੰਦਾ ਆਈਡੈਂਟੀਫਾਈ ਹੋਇਆ ਜੋ ਕਿ ਇਹਨਾਂ ਦੇ ਦੱਸਣ ਮੁਤਾਬਿਕ ਆਰਮਸ ਦੀ ਸਮਗਲਿੰਗ ਕਰਦਾ ਹੈ ਤੇ ਉਹਦੇ ਕੋਲ ਵੈਪਨਸ ਵੀ ਇਲੀਗਲ ਵੈਪਨਸ ਵੀ ਮੌਜੂਦ ਹੈ। ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਕੋਲੋਂ ਵੀ 5 ਵੈਪਨ ਰਿਕਵਰ ਹੋਏ ਹੈ, ਜਿਸ ਦੇ ਵਿੱਚ ਇੱਕ ਪਿਸਟਲ ਸੀ, 4 ਦੇਸੀ ਕੱਟੇ ਸੀ ਔਰ ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਜੋ ਰਾਉਂਡਸ ਮਿਲੇ, ਲਾਈਵ ਰਾਉਂਡਸ ਮਿਲੇ। ਸਰ ਜਿਹੜੀ ਗਲੌਕ ਪਿਸਟਲ ਦੇਖਣ ਨੂੰ ਮਿਲੇ ਕਿੱਥੋਂ ਲੈ ਕੇ ਆਉਂਦੇ ਸੀਗੇ? ਦੇਸੀ ਕੱਟੇ ਤਾਂ ਸਮਝ ਆਉਂਦੇ, ਗਲੌਕ ਵਗੈਰਾ ਕਿੱਥੋਂ? ਜੀ ਇਹ ਬੜਾ ਹੀ ਇੰਪੋਰਟੈਂਟ ਹੈ, ਇਸ ਕਰਕੇ ਕੇਸ ਕਾਫੀ ਇੰਪੋਰਟੈਂਟ ਬਣ ਜਾਂਦਾ ਹੈ ਕਿ ਗਲੌਕ ਪਿਸਟਲ ਜੋ ਹੈ ਉਹ ਨਾਰਮਲੀ ਅਵੇਲੇਬਲ ਨਹੀਂ ਹੁੰਦਾ, ਉਹ ਜਾਂ ਤਾਂ ਸਰਕਾਰੀ ਅਫਸਰਾਂ ਦੇ ਕੋਲ ਹੁੰਦਾ। ਅਦਰਵਾਈਜ਼ ਇਹ ਜੋ ਸਾਨੂੰ ਵੀ ਇਹਦੇ ਵਿੱਚ ਅੰਦਾਜ਼ਾ ਹੈ ਕਿ ਹੋ ਸਕਦਾ ਹੈ ਕਿ ਇਹ ਅਕ੍ਰੋਸ ਦ ਬਾਰਡਰ ਸਮਗਲਿੰਗ ਜਾਂ ਕਿਸੇ ਹੋਰ ਰੂਟ ਦੇ ਥਰੂ ਇਹ ਲਾਇਆ ਗਿਆ, ਜਿਸ ਦੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਕਿਹੜੇ ਗੈਂਗਸਟਰਾਂ ਦੇ ਨਾਲ ਇਹਦੇ ਸੰਬੰਧ ਹੁਣ ਤੱਕ ਜਿਹੜੇ ਸਾਹਮਣੇ ਆਏ? 2 ਜੋ ਅਕਿਊਜ਼ ਹੈ ਆਕਾਸ਼ ਤੇ ਪਿੰਦਰੀ, ਇਹ ਇਹਨਾਂ ਦੇ ਅਗੇਂਸਟ ਪਹਿਲਾਂ ਵੀ ਇੱਕ ਪਰਚਾ ਰਜਿਸਟਰਡ ਹੈ, ਜਿਹਦੇ ਵਿੱਚ ਇਹਨਾਂ ਨੇ ਸੁਖਪ੍ਰੀਤ ਬੁੱਢਾ ਜਿਹੜਾ ਗੈਂਗਸਟਰ ਹੈਗਾ ਉਹਦੇ ਸਾਥੀ ਨੂੰ ਠਹਿਰ ਪ੍ਰੋਵਾਈਡ ਕੀਤੀ ਸੀ ਔਰ ਹੁਣ ਵੀ ਉਹਨਾਂ ਦੇ ਕੋਲ ਕਾਫੀ ਵੈਪਨਸ ਵਗੈਰਾ ਵੀ ਰਿਕਵਰ ਹੋਏ, ਜਿਸ ਕਰਕੇ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਫਰਦਰ ਕਿ ਇਹਨਾਂ ਦੇ ਲਿੰਕਸ ਹਲੇ ਵੀ ਉਹਨਾਂ ਦੇ ਨਾਲ ਹੈਗੇ। ਸਰ ਫੀਡਬੈਕ ਕੀ ਹੈ ਇਹਦਾ? ਕੋਈ ਪੋਲੀਟੀਕਲ ਕਨੈਕਸ਼ਨ ਵੀ ਸਾਹਮਣੇ ਆਇਆ ਕਿਸੇ ਵਿਅਕਤੀ ਦਾ? ਨਹੀਂ, ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਹੈ, ਬਟ ਇਹ ਇਲੀਗਲ ਵੈਪਨ ਜ਼ਰੂਰ ਇਹਨਾਂ ਦੀ ਕਸਟਡੀ ਵਿੱਚ ਮਿਲੇ हैं। तो ये फर्दर किस ਨੂੰ टारगेट करना चाहता सी या किस ਨੂੰ मारना चाहते सी, जाति रंजिश ਸੀਗੀ ਜਾਂ ਕੀ ਕਾਰਨ ਸੀ, ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਕੁਝ ਆਡੀਓ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਬੰਦੇ ਨਾਮ ਲੈ ਰਹੇ ਨੇ ਕਿ ਸਾਨੂੰ ਮਾਰਨ ਵਾਸਤੇ ਇਹ ਪਿਸਟਲ ਲੈ ਕੇ ਆਏ ਸੀ। ਸਰ ਉਹ ਤੁਹਾਡੇ ਧਿਆਨ 'ਚ ਆਇਆ? ਨਹੀਂ, ਹਲੇ ਸਾਡੇ ਧਿਆਨ ਦੇ ਵਿੱਚ ਨਹੀਂ ਆਇਆ, ਜਿੱਦਾਂ ਹੀ ਇਨਵੈਸਟੀਗੇਸ਼ਨ ਦਾ ਪਾਰਟ ਬਣਦਾ ਅਸੀਂ ਉਹਨੂੰ ਵਿਚਾਰਾਂਗੇ। ਸਰ ਹੋਰ ਬੰਦਿਆਂ ਦੇ ਨਾਮ ਵੀ ਇਹਨਾਂ ਨੇ ਲਏ ਨੇ ਜਿਨ੍ਹਾਂ ਨੇ ਆਡੀਓ ਵਾਇਰਲ ਕੀਤੀ ਹੈ ਕਿ ਇਹ ਬੰਦੇ ਸਾਨੂੰ ਮਾਰਨ ਨੂੰ ਖੇਡਦੇ ਸੀ, ਆਪਣੇ ਇਲਾਕੇ ਦੇ ਵਿੱਚ ਵੀ ਇਹਨਾਂ ਨੇ ਕਈ ਬੰਦੇ ਟਾਰਗੇਟ ਕੀਤੇ ਹੋਏ ਸੀ। ਸਰ ਕੋਈ ਇੱਦਾਂ ਦੀ ਗੱਲ ਹੈ ਨਹੀਂ, ਟਾਰਗੇਟ ਕਿਸ ਨੂੰ ਕੀਤਾ ਉਹ ਤਾਂ ਇਨਵੈਸਟੀਗੇਸ਼ਨ ਅਸੀਂ ਕਰ ਹੀ ਰਹੇ ਹਾਂ, ਕਿਉਂਕਿ ਵੈਪਨਸ ਇਹਨਾਂ ਦੇ ਕੋਲ ਹੈਗੇ, ਅਮਨੀਸ਼ਨ ਵੀ ਇਹਨਾਂ ਦੇ ਕੋਲ ਹੈ, तो क्यों लेकर आए हैं वो आगे टारगेट किस ਨੂੰ करना ਸੀ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਜਿਸ ਤਰ੍ਹਾਂ ਪਿੰਦਰੀ ਕਹਿ ਰਹੇ ਨੇ ਸਰਪੰਚ ਇਹਨੂੰ ਕਹਿ ਰਿਹਾ ਕੋਈ ਸਰਪੰਚ ਮੌਜੂਦਾ ਹੈ ਜਾਂ ਸਾਫ਼ ਕਰੀ ਕੋਈ ਪਤਾ ਲੱਗੇ? ਨਹੀਂ, ਇਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ, ਉਹ ਦੱਸ ਦਾਂਗੇ। ਤੇ ਸਰ ਇਹਨਾਂ ਤੋਂ ਪਹਿਲਾਂ ਵੀ ਕਿੱਦਾਂ ਦੇ ਮੁਕੱਦਮੇ ਦਰਜ ਨੇ? ਪਹਿਲਾਂ ਵੀ ਇਹਨਾਂ ਦੇ ਅਗੇਂਸਟ ਕਾਫੀ ਜ਼ਿਆਦਾ ਮੁਕੱਦਮੇ ਆ, ਆਰਮਸ ਐਕਟ ਦੇ ਵੀ ਕੇਸਿਸ ਰਜਿਸਟਰਡ ਹੈ। ਜਿਹੜਾ ਆਕਾਸ਼ਦੀਪ ਹੈ ਉਹਦੇ ਅਗੇਂਸਟ ਇੱਕ ਮੁਕੱਦਮਾ ਨੰਬਰ 117 ਹੈ, ਉਹ ਥਾਣਾ ਮਲੌਦ ਦਾ ਹੈ, और मुकदमा नंबर 48 है वो मलेरकोटले जिले का है, थाना अमरगढ़ का, और मुकदमा नंबर 108 है वो भी सदर अमरगढ़ का ही है, जिला मलेरकोटले का। इदा ही होर भी 2 मुकदमे होर रजिस्टर्ड है, काफ़ी ज़्यादा इन्हों के अगेंस्ट केसेस रजिस्टर्ड है, जिस सब तो इंपॉर्टेंट जोड़ा है वो वही है जिस उन्होंने सुखप्रीत बुड्ढा जो गैंगस्टर है वो जोड़े बंदे से उन्होंने थै दी सी, वो असीं इन्वेस्टिगेट कर रहे हैं। ਜਿੱਦਾਂ ਆਪਣੇ ਇੰਟਰਨੈਸ਼ਨਲ ਮੋਡਿਊਲ ਪਹਿਲਾਂ ਤੁਸੀਂ ਪੜਿਆ ਸੀ ਉਹਦੇ ਨਾਲ ਕੋਈ ਕਨੈਕਟੀਵਿਟੀ ਹੋਵੇ ਇਹਨਾਂ ਦੀ? हाँ, वो एक्चुअली वो सारे हाले इन्वेस्टिगेशन का पार्ट है, वो दस नहीं सकते, वो जिदा ही होगा फर्दर वो ਅਸੀਂ ਰਿਵੀਲ ਕਰਾਂਗੇ। ਹਿੰਡਨਬਰਗ ਰਿਸਰਚ ਫਰਮ ਦੀ ਰਿਪੋਰਟ ਪਬਲਿਸ਼ ਹੋਣ ਤੋਂ ਬਾਅਦ ਲਗਾਤਾਰ ਅਡਾਨੀ ਗਰੁੱਪ ਦੇ ਸ਼ੇਅਰ ਗਿਰਦੇ ਜਾ ਰਹੇ ਨੇ। ਅਡਾਨੀ ਗਰੁੱਪ ਦੇ ਸ਼ੇਅਰ 27% ਤੱਕ ਗਿਰ ਚੁੱਕੇ ਨੇ ਅਤੇ ਹੁਣ ਤੱਕ ਲਗਭਗ 3 ਦਿਨਾਂ ਦੇ ਵਿੱਚ ਅਡਾਨੀ ਦਾ $65 ਬਿਲੀਅਨ ਦਾ ਨੁਕਸਾਨ ਹੋ ਚੁੱਕਾ ਹੈ। 3 ਦਿਨਾਂ ਦੇ ਵਿੱਚ ਹੀ ਅਡਾਨੀ ਦੁਨੀਆ ਦੇ ਦੂਸਰੇ ਸਭ ਤੋਂ ਅਮੀਰ ਆਦਮੀ ਤੋਂ ਥੱਲੇ ਆ ਕੇ ਦੁਨੀਆ ਦੇ 15ਵੇਂ ਸਭ ਤੋਂ ਅਮੀਰ ਆਦਮੀ ਬਣ ਚੁੱਕੇ ਨੇ, ਤਾਂ ਦੁਨੀਆ ਦੇ 10 ਸਭ ਤੋਂ ਅਮੀਰ ਆਦਮੀਆਂ ਦੀ ਸੂਚੀ ਦੇ ਵਿੱਚੋਂ ਵੀ ਬਾਹਰ ਹੋ ਚੁੱਕੇ ਨੇ ਅਡਾਨੀ। ਪਹਿਲਾਂ ਦੂਸਰੇ ਸਭ ਤੋਂ ਅਮੀਰ ਆਦਮੀ ਸਨ, ਪਰ ਜਦੋਂ ਦੀ ਹਿੰਡਨਬਰਗ ਦੀ ਰਿਸਰਚ ਰਿਪੋਰਟ ਅਡਾਨੀ ਦੇ ਸ਼ੇਅਰ ਮਾਰਕੀਟ ਦੇ ਉੱਤੇ ਪਬਲਿਸ਼ ਹੋਈ ਹੈ, ਉਦੋਂ ਤੋਂ ਜਿਹੜੇ ਅਡਾਨੀ ਦਾ ਲਗਾਤਾਰ ਜਿਹੜਾ ਘਾਟਾ ਹੈ ਉਹ ਪੈਂਦਾ ਜਾ ਰਿਹਾ ਹੈ। ਸ਼ੇਅਰ ਮਾਰਕੀਟ ਲਗਾਤਾਰ ਅਡਾਨੀ ਦੀ ਥੱਲੇ ਆਉਂਦੀ ਜਾ ਰਹੀ ਹੈ, ਸ਼ੇਅਰਾਂ ਦਾ ਮੁੱਲ ਲਗਾਤਾਰ ਥੱਲੇ ਗਿਰਦਾ ਜਾ ਰਿਹਾ। ਤਾਂ ਅਡਾਨੀ ਦੇ ਸ਼ੇਅਰਾਂ ਦੇ ਵਿੱਚ ਅਡਾਨੀ ਗਰੁੱਪ ਦੇ ਜਿਹੜੇ ਸ਼ੇਅਰ ਨੇ, ਅਡਾਨੀ ਇੰਟਰਪ੍ਰਾਈਜ਼ਸ ਦੇ ਜਿਹੜੇ ਸ਼ੇਅਰ ਨੇ, ਉਹਨਾਂ ਦੇ ਵਿੱਚ
27% ਤੱਕ ਘਾਟਾ ਦੇਖਣ ਨੂੰ ਮਿਲਿਆ। 27% ਤੱਕ ਇਹ ਸ਼ੇਅਰ ਥੱਲੇ ਗਿਰ ਚੁੱਕੇ ਨੇ ਅਤੇ ਅਡਾਨੀ ਇੰਟਰਪ੍ਰਾਈਜ਼ਸ ਨੂੰ ਹੁਣ ਤੱਕ $65 ਬਿਲੀਅਨ ਦਾ ਨੁਕਸਾਨ ਹੋ ਚੁੱਕਿਆ ਹੈ। ਇੱਕ ਰਿਪੋਰਟ ਪਬਲਿਸ਼ ਹੋਣ ਤੋਂ ਬਾਅਦ ਇਹ ਬਹੁਤ ਵੱਡਾ ਨੁਕਸਾਨ ਹੈ। ਅਡਾਨੀ ਜੋ ਕਿ ਦੁਨੀਆ ਦੇ ਦੂਸਰੇ ਸਭ ਤੋਂ ਅਮੀਰ ਆਦਮੀ ਸਨ, ਤਾਂ ਉਹ ਇਸ ਸੂਚੀ ਦੇ ਵਿੱਚੋਂ ਖਿਸਕ ਕੇ 15ਵੇਂ ਨੰਬਰ ਤੇ ਆ ਚੁੱਕੇ ਨੇ। ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਆ। ਸਤੰਬਰ 18 2020 ਨੂੰ ਉਹਨਾਂ ਦੇ ਅਹੁਦੇ ਦੇ ਉੱਤੇ ਬਣੇ ਰਹਿਣ ਦੀ ਸੀਮਾ ਨੂੰ 3 ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਸੀ, ਜਦੋਂ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਸੀ। ਕੈਪਟਨ ਸਰਕਾਰ ਦੇ ਵੱਲੋਂ ਉਹਨਾਂ ਦੇ ਅਹੁਦੇ ਉੱਤੇ ਬਣੇ ਰਹਿਣ ਦੀ ਮਿਆਦ ਨੂੰ 3 ਸਾਲ ਦੇ ਲਈ ਵਧਾ ਦਿੱਤਾ ਗਿਆ ਸੀ 18 ਸਤੰਬਰ 2020 ਨੂੰ, ਪਰ ਹੁਣ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਆ ਅਤੇ ਹੁਣ ਉਹ ਪੰਜਾਬ ਦੇ ਮਹਿਲਾ ਕਮਿਸ਼ਨ ਦੇ ਚੇਅਰਮੈਨ ਨਹੀਂ ਰਹੇ, ਕਿਉਂਕਿ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸਮਾਜ ਨਿਆਂ, ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਦੇ ਵਧੀਕ ਮੁੱਖ ਸਕੱਤਰ ਨੇ ਜਿਹੜੇ ਕਿਰਪਾ ਸ਼ੰਕਰ ਸਰੋਜ ਦੇ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਹੈ। ਸਰੋਜ ਨੇ ਇਹ ਜਿਹੜਾ ਹੁਕਮ ਨੇ ਉਹ ਜਾਰੀ ਕੀਤੇ ਨੇ, ਜਿਸ ਤੋਂ ਬਾਅਦ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਤੰਬਰ 18 2020 ਨੂੰ ਕੈਪਟਨ ਸਰਕਾਰ ਦੇ ਵੇਲੇ ਉਹਨਾਂ ਦੇ ਅਹੁਦੇ ਦੀ ਮਿਆਦ ਨੂੰ 3 ਸਾਲ ਦੇ ਲਈ ਵਧਾਇਆ ਗਿਆ ਸੀ, ਤਾਂ ਜਿਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਨੇ 2022 ਵਿਧਾਨ ਸਭਾ ਪੰਜਾਬ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ, ਤਾਂ ਉਸ ਚੋਣਾਂ ਤੋਂ ਬਾਅਦ ਮਨੀਸ਼ਾ ਗੁਲਾਟੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ, ਤਾਂ ਹੁਣ ਉਹਨਾਂ ਨੂੰ ਆਪਣੇ ਅਹੁਦੇ ਦੇ ਉੱਤੋਂ ਹਟਾ ਦਿੱਤਾ ਗਿਆ ਹੈ। ਇਹ ਸਨ ਅੱਜ ਦੀਆਂ ਚੋਣਵੀਆਂ ਤੇ ਮੁੱਖ ਖਬਰਾਂ। ਅਗਲੀ ਵਾਰ ਮੁੜ ਤੋਂ ਤੁਹਾਡੇ ਨਾਲ ਚੋਣਵੀਆਂ ਤੇ ਮੁੱਖ ਖਬਰਾਂ ਲੈ ਕੇ ਮੈਂ ਮਨਦੀਪ ਸਿੰਘ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।